ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਦੇ ਵਿੱਚ ਇੱਕ ਰਾਜ ਮਿਸਤਰੀ ਰਹਿੰਦਾ ਸੀ। ਕਾਰੀਗਰ ਬਹੁਤ ਕੁਝ ਬਣਾਉਣਾ ਜਾਣਦਾ ਸੀ। ਬਹੁਤ ਜ਼ਿਆਦਾ ਤਜਰਬੇ ਦਾ ਮਾਲਕ ਸੀ। ਉਮਰ ਉਹਦੀ ਬਹੁਤੀ ਨਹੀਂ ਸੀ, ਪਰ ਉਸਨੂੰ ਆਉਂਦਾ ਬਹੁਤ ਕੁਝ ਸੀ। ਮੰਨਿਆ ਪਰਮੰਨਿਆ ਸੀ। ਇਲਾਕੇ ਦੇ ਵਿੱਚ ਚੰਗੀਆਂ ਚੰਗੀਆਂ ਇਮਾਰਤਾਂ ਦੀ ਉਸਾਰੀ ਉਸਨੇ ਕੀਤੀ ਸੀ। ਬਹੁਤ ਆਲੀਸ਼ਾਨ ਸ਼ਾਨਦਾਰ ਘਰ ਬਣਾਏ ਸਨ। ਉਸਦੀ ਬਹੁਤ ਉੱਤੋਂ ਤੱਕ ਪਹੁੰਚ ਸੀ। ਪਹੁੰਚ ਦਾ ਕਾਰਨ ਇਹ ਸੀ ਕਿ ਹਰ ਇੱਕ ਬੰਦਾ ਆਪਣੇ ਕੰਮਕਾਰ ਦਾ ਠੇਕਾ ਉਸੇ ਨੂੰ ਦਿਆ ਕਰਦਾ ਸੀ। ਹਰ ਇੱਕ ਨੂੰ ਇਹੀ ਹੁੰਦਾ ਨਾ ਕਿ ਮੈਂ ਚਾਰ ਪੈਸੇ ਲਾਉਣੇ ਆ ਤਾਂ ਮੈਂ ਕੰਮ ਚੰਗਾ ਕਰਵਾ ਲਵਾਂ। ਇਸੇ ਕਰਕੇ ਇਸ ਰਾਜ ਮਿਸਤਰੀ ਦੇ ਕਾਫੀ ਦੂਰ ਤੱਕ ਚਰਚੇ ਸਨ। ਇਸ ਰਾਜ ਮਿਸਤਰੀ ਦਾ ਨਾਮ ਹਰੀ ਸੀ। ਕੋਈ ਕੋਈ ਇਸ ਨੂੰ ਹਰੀਆ ਵੀ ਕਹਿ ਦਿੰਦਾ ਸੀ। ਹਰੀਏ ਦੀ ਘਰਵਾਲੀ ਦਾ ਨਾਮ ਦੀਪਾ ਸੀ ਤੇ ਹਰੀਏ ਦਾ ਇੱਕ ਬਹੁਤ ਛੋਟਾ ਪੁੱਤਰ ਸੀ। ਉਸ ਦਾ ਨਾਮ ਸੰਗਮ ਸੀ। ਬਹੁਤ ਵਧੀਆ ਕੰਮਕਾਰ ਇਸ ਦਾ ਚੱਲ ਰਿਹਾ ਸੀ। ਪਰਮਾਤਮਾ ਦੀ ਕਿਰਪਾ ਸੀ ਕਿ ਵਧੀਆ ਗੁਜ਼ਰ ਬਸਰ ਹੋ ਰਿਹਾ ਸੀ। ਹਰੀਆ ਜਦੋਂ ਵੀ ਕਿਤੇ ਕੰਮਕਾਰ ਕਰ ਰਿਹਾ ਹੁੰਦਾ, ਕਿਤੇ ਸੋਹਣੀ ਇਮਾਰਤ ਬਣਾ ਰਿਹਾ ਹੁੰਦਾ, ਕਿਤੇ ਬਹੁਤ ਜ਼ਿਆਦਾ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੁੰਦਾ, ਉਹਦੇ ਮਨ ਵਿੱਚ ਇੱਕ ਰੰਜ ਹਮੇਸ਼ਾ ਰਹਿੰਦਾ ਕਿ ਜੇ ਮੈਂ ਚਾਰ ਅੱਖਰ ਪੜ੍ਹਿਆ ਹੁੰਦਾ ਤਾਂ ਸ਼ਾਇਦ ਮੈਨੂੰ ਹੋਰ ਵੀ ਜ਼ਿਆਦਾ ਪੈਸੇ ਮਿਲ ਜਾਣੇ ਸੀ। ਕਿਤੇ ਨਾ ਕਿਤੇ ਮੇਰੀ ਪੜ੍ਹਾਈ ਮੇਰੀ ਤਰੱਕੀ ਦੇ ਰਾਹ ਦਾ ਰੋੜਾ ਬਣ ਗਈ। ਇਸ ਕਰਕੇ ਉਸਨੇ ਇੱਕ ਚੀਜ਼ ਠਾਣ ਰੱਖੀ ਸੀ ਕਿ ਮੈਂ ਆਪਣੇ ਪੁੱਤਰ ਸੰਗਮ ਨੂੰ ਬਹੁਤ ਪੜ੍ਹਾਈ ਕਰਾਵਾਂਗਾ। ਇਸ ਪੜ੍ਹਾਈ ਦੇ ਬਦਲੇ ਮੈਨੂੰ ਕੁਝ ਵੀ ਕਰਨਾ ਪੈ ਜਾਵੇ, ਪਰ ਮੈਂ ਪਿੱਛੇ ਨਹੀਂ ਹਟਣਾ। ਹੌਲੀ ਹੌਲੀ ਪੁੱਤਰ ਉਸਦਾ ਵਧੀਆ ਹੋਣਹਾਰ ਨਿਕਲਿਆ। ਵਧੀਆ ਤਰੀਕੇ ਦੇ ਨਾਲ ਉਹ ਪੜ੍ਹਾਈ ਕਰਦਾ ਗਿਆ। ਜਦੋਂ ਉਸਨੇ ਪਿੰਡ ਵਾਲੇ ਸਕੂਲ ਤੋਂ ਜਮਾਤਾਂ ਪਾਸ ਕਰ ਲਈਆਂ ਤਾਂ ਅੱਗੇ ਆ ਕੇ ਉਸਨੇ ਆਪਣੇ ਬਾਪ ਨੂੰ ਕਿਹਾ ਕਿ ਬਾਪੂ ਜੀ, ਹੁਣ ਮੈਨੂੰ ਉਚੇਰੀ ਵਿੱਦਿਆ ਦੇ ਲਈ ਲਾਗਲੇ ਸ਼ਹਿਰ ਪੜ੍ਹਨ ਜਾਣਾ ਪਿਆ ਕਰਨਾ। ਉਸਦੇ ਬਾਪ ਨੇ ਕਿਹਾ ਕਿ ਮੇਰਾ ਵੀ ਸੁਪਨਾ ਹੈ ਕਿ ਪੁੱਤਰ ਤੂੰ ਪੜ੍ਹੇ। ਮੈਂ ਇਹ ਨਹੀਂ ਚਾਹੁੰਦਾ ਕਿ ਤੂੰ ਮੇਰੇ ਵਾਲੇ ਕੰਮ ਹੀ ਕਰੇ, ਮੈਂ ਤਾਂ ਚਾਹੁੰਦਾ ਕਿ ਤੂੰ ਤਰੱਕੀਆਂ ਕਰੇ। ਇਸ ਕਰਕੇ ਉਸਨੇ ਆਪਣੀ ਘਰਵਾਲੀ ਦੀਪਾ ਦੇ ਨਾਲ ਰਾਏ ਕੀਤੀ ਤੇ ਕਿਹਾ ਕਿ ਖਰਚਾ ਤਾਂ ਵੱਧ ਹੋ ਜਾਵੇਗਾ, ਪਰ ਇਹ ਪੜ੍ਹ ਲਿਖ ਕੇ ਬਾਬੂ ਬਣ ਜਾਵੇਗਾ, ਇਹ ਅਫਸਰ ਬਣ ਜਾਵੇਗਾ, ਚਾਰ ਛਿਲੜ ਕਮਾਉਣ ਲੱਗ ਪਵੇਗਾ, ਸਰਕਾਰੀ ਨੌਕਰ ਵੀ ਹੋ ਸਕਦਾ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਤੂੰ ਵੀ ਹਾਮੀ ਭਰ ਦੇਵੇਂ ਤੇ ਆਪਾਂ ਇਸ ਨੂੰ ਲਾਗਲੇ ਸ਼ਹਿਰ ਦਾਖਲ ਕਰਵਾ ਆਈਏ। ਉਸਦੀ ਘਰਵਾਲੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਦੋਵੇਂ ਜਾਣੇ ਨਾਲ ਗਏ ਆਪਣੇ ਪੁੱਤਰ ਸੰਗਮ ਦੇ ਤੇ ਉਸ ਨੂੰ ਚੰਗੇ ਵਿਦਿਅਕ ਅਦਾਰੇ ਦੇ ਵਿੱਚ ਦਾਖਲਾ ਦਵਾ ਆਏ। ਹੌਲੀ ਹੌਲੀ ਪੁੱਤਰ ਇੱਥੇ ਵੀ ਇਮਾਨਦਾਰੀ ਦੇ ਨਾਲ ਪੜ੍ਹਦਾ ਗਿਆ। ਬਹੁਤ ਹੋਣਹਾਰ ਸੀ, ਬਹੁਤ ਵਧੀਆ ਅੰਕ ਪ੍ਰਾਪਤ ਕਰਦਾ। ਹੌਲੀ ਹੌਲੀ ਹੋਇਆ ਕਿ ਪੁੱਤਰ ਨੂੰ ਆਪਣੀ ਪੜ੍ਹਾਈ ਤੇ ਘਮੰਡ ਹੋਣ ਲੱਗ ਪਿਆ, ਹੰਕਾਰ ਜਿਹਾ ਹੋਣ ਲੱਗ ਪਿਆ ਕਿ ਮੇਰੇ ਵਰਗਾ ਕੋਈ ਵੀ ਨਹੀਂ। ਪਹਿਲਾਂ ਤਾਂ ਉਹ ਹਰ ਰੋਜ਼ ਆਪਣੇ ਘਰ ਵਾਪਸ ਪਰਤ ਜਾਇਆ ਕਰਦਾ ਸੀ ਸ਼ਹਿਰੋਂ ਪੜ੍ਹ ਕੇ, ਪਰ ਉਸ ਨੂੰ ਲੱਗਣ ਲੱਗਿਆ ਕਿ ਮੇਰੇ ਮਾਂ-ਬਾਪ ਤਾਂ ਅਨਪੜ੍ਹ ਨੇ ਤੇ ਮੈਂ ਕਿੱਥੇ ਅਨਪੜ੍ਹ ਲੋਕਾਂ ਦੇ ਵਿੱਚ ਤੁਰਿਆ ਫਿਰਦਾ। ਫਿਰ ਉਸਨੇ ਆਪਣੇ ਬਾਪ ਨੂੰ ਕਿਹਾ ਕਿ ਜਦੋਂ ਮੈਂ ਪਿੰਡ ਆਉਣਾ ਹਾਂ ਤੇ ਪਿੰਡੋਂ ਵਾਪਸ ਮੈਂ ਪੜ੍ਹਨ ਲਈ ਆਪਣੇ ਵਿਦਿਅਕ ਅਦਾਰੇ ਜਾਂਦਾ ਹਾਂ ਤਾਂ ਬਹੁਤ ਸਾਰਾ ਸਮਾਂ ਮੈਂ ਖਰਾਬ ਕਰ ਦਿੰਦਾ। ਮੇਰੀ ਰਿਹਾਇਸ਼ ਦਾ ਪ੍ਰਬੰਧ ਸ਼ਹਿਰ ਵਿੱਚ ਹੀ ਕਰਵਾ ਦਿਓ। ਉਸਦੇ ਬਾਪ ਨੇ ਸੋਚਿਆ ਵੀ, ਸਮਝਾਇਆ ਵੀ ਕਿ ਪੁੱਤਰ ਆਪਾਂ ਇੰਨੀ ਪੂੰਜੀ ਦੇ ਮਾਲਕ ਨਹੀਂ। ਮੈਂ ਕੰਮਕਾਰ ਕਰਨ ਜਾਂਦਾ ਹਾਂ, ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਕੰਮ ਕਈ ਦਿਨ ਨਹੀਂ ਮਿਲਦਾ। ਫਿਰ ਉਦੋਂ ਆਪਾਂ ਖਾਣ ਪੀਣ ਦੇ ਲਈ ਵੀ ਬਹੁਤ ਮੁਸ਼ਕਿਲ ਦੇ ਨਾਲ ਪੈਸਾ ਧਨ ਇਕੱਠਾ ਕਰਦੇ ਹਾਂ ਤੇ ਜੇ ਤੂੰ ਸ਼ਹਿਰ ਦੇ ਵਿੱਚ ਰਿਹਾਇਸ਼ ਰੱਖ ਲਈ ਤੇ ਕੰਮ ਔਖਾ ਹੋ ਜਾਵੇਗਾ। ਪਰ ਪੁੱਤਰ ਨੇ ਇੱਕ ਨਾ ਮੰਨੀ, ਕਿਉਂਕਿ ਉਸ ਦੇ ਦਿਮਾਗ ਦੇ ਵਿੱਚ ਇਸ ਵੇਲੇ ਹੰਕਾਰ ਦਾ ਕੀੜਾ ਭਰ ਗਿਆ ਸੀ ਕਿ ਮੈਂ ਪੜ੍ਹਿਆ ਲਿਖਿਆ ਬੰਦਾ ਕਿੱਧਰ ਪਿੰਡ ਵਿੱਚ ਤੁਰਿਆ ਫਿਰਾਂਗਾ, ਕਿੱਧਰ ਅਨਪੜ੍ਹ ਲੋਕਾਂ ਦੇ ਵਿੱਚ ਵੱਜਦਾ ਫਿਰਾਂਗਾ। ਉਸਨੇ ਆਪਣੇ ਬਾਪ ਦੀ ਇੱਕ ਨਾ ਮੰਨੀ। ਬਾਪ ਨੇ ਉਸ ਦੀ ਮਰਜ਼ੀ ਦੇ ਅੱਗੇ ਆਪਣੇ ਗੋਡੇ ਟੇਕ ਦਿੱਤੇ ਤੇ ਉਸ ਨੂੰ ਸ਼ਹਿਰ ਦੇ ਵਿੱਚ ਰਿਹਾਇਸ਼ ਦਾ ਪ੍ਰਬੰਧ ਕਰਕੇ ਦੇ ਦਿੱਤਾ। ਫਿਰ ਸਮਾਂ ਬੀਤਿਆ। ਆਪਣੇ ਬਾਪ ਕੋਲੇ ਇੱਕ ਦਿਨ ਆਇਆ, ਕਾਫੀ ਲੰਮੇ ਸਮੇਂ ਤੋਂ ਬਾਅਦ, ਤਕਰੀਬਨ 6-7 ਮਹੀਨਿਆਂ ਬਾਅਦ ਆ ਕੇ ਕਹਿੰਦਾ ਹੈ ਕਿ ਮੈਨੂੰ ਦੂਰੋਂ ਇੱਕ ਵੱਡੇ ਸ਼ਹਿਰ ਤੋਂ ਨੌਕਰੀ ਦੇ ਲਈ ਬੁਲਾਇਆ ਹੈ, ਪਰ ਉਹਨਾਂ ਨੇ ਕੁਝ ਪੈਸਾ ਵੀ ਮੰਗਿਆ ਹੈ। ਤੁਹਾਨੂੰ ਪਤਾ ਹੈ ਕਿ ਹਰ ਥਾਂ ਤੇ ਅੱਜ ਕੱਲ੍ਹ ਰਿਸ਼ਵਤ ਚੱਲਦੀ ਹੈ, ਹਰ ਥਾਂ ਤੇ ਵੱਡੀ ਚੱਲਦੀ ਹੈ। ਇਸ ਕਰਕੇ ਤੁਸੀਂ ਮੈਨੂੰ ਪੈਸਿਆਂ ਦਾ ਪ੍ਰਬੰਧ ਕਰ ਦਿਓ। ਜਦੋਂ ਉਸਨੇ ਦੱਸਿਆ ਕਿ ਇੰਨੀ ਰਕਮ ਚਾਹੀਦੀ ਹੈ ਤਾਂ ਹਰੀਆ ਮਿਸਤਰੀ ਤੇ ਉਸਦੀ ਘਰਵਾਲੀ ਦੀਪਾ ਦੰਗ ਰਹਿ ਗਏ। ਹਰੀਆ ਕਾਰੀਗਰ ਆਪਣੇ ਪੁੱਤਰ ਨੂੰ ਸਮਝਾਉਣ ਲੱਗਿਆ ਕਿ ਬੇਟਾ, ਤੇਰੇ ਕੋਲੇ ਬਹੁਤ ਜ਼ਿਆਦਾ ਕਲਾ ਹੈ, ਤੇਰੇ ਕੋਲੇ ਪੜ੍ਹਾਈ ਹੈ, ਤੂੰ ਆਪਣੇ ਬਲਬੂਤੇ ਤੇ ਕਿਤੇ ਵੀ ਨੌਕਰੀ ਲੈ ਸਕਦਾ ਹੈ। ਜਿਹੜੇ ਪੈਸੇ ਮੰਗ ਕੇ, ਰਿਸ਼ਵਤ ਮੰਗ ਕੇ ਤੈਨੂੰ ਨੌਕਰੀ ਤੇ ਰੱਖ ਰਹੇ ਨੇ, ਤੂੰ ਉਹਨਾਂ ਕੋਲ ਨੌਕਰੀ ਨਾ ਕਰ। ਪਰ ਹਰੀਏ ਦੀ ਘਰਵਾਲੀ ਦੀਪਾ ਨਾ ਮੰਨੀ। ਉਸਨੇ ਕਿਹਾ ਕਿ ਤੁਸੀਂ ਪਿੰਡ ਵਾਲੇ ਸੇਠ ਤੋਂ ਕਰਜ਼ਾ ਲੈ ਲਵੋ, ਆਪਾਂ ਉਸ ਦਾ ਕਰਜ਼ਾ ਹੌਲੀ ਹੌਲੀ ਉਤਾਰ ਦੇਵਾਂਗੇ। ਉਸਨੇ ਆਪਣੀ ਘਰਵਾਲੀ ਦੀ ਮੰਨ ਕੇ ਆਪਣੇ ਪੁੱਤਰ ਸੰਗਮ ਨੂੰ ਇੱਕ ਵੱਡੀ ਰਕਮ ਦੇ ਕੇ ਇੱਕ ਵੱਡੇ ਸ਼ਹਿਰ ਨੂੰ ਤੋਰ ਦਿੱਤਾ। ਹੁਣ ਉਹ ਪੁੱਤਰ ਜਿਹੜਾ ਅੱਗੇ ਕਦੇ ਕਦਾਈ ਮਹੀਨੇ 2 ਮਹੀਨੇ 6 ਮਹੀਨਿਆਂ ਬਾਅਦ ਗੇੜਾ ਮਾਰ ਜਾਂਦਾ ਸੀ, ਹੁਣ ਉਹ ਜਾ ਕੇ ਭੁੱਲ ਗਿਆ। ਬਹੁਤ ਵਧੀਆ ਉਸ ਨੂੰ ਨੌਕਰੀ ਮਿਲ ਗਈ, ਚੰਗਾ ਚੋਖਾ ਪੈਸਾ ਕਮਾਉਣ ਲੱਗ ਪਿਆ। ਉਸਨੇ ਆਪੇ ਹੀ ਵਿਆਹ ਕਰਾ ਲਿਆ, ਆਪਣੇ ਘਰ ਵਾਲਿਆਂ ਨੂੰ ਦੱਸਿਆ ਤੱਕ ਵੀ ਨਹੀਂ। ਕਦੇ ਕਦਾਈ ਆਪਣੇ ਮਾਂ-ਬਾਪ ਦਾ ਕੋਈ ਚਿੱਠੀ ਪੱਤਰ ਮਿਲਦਾ ਤੇ ਜਦੋਂ ਉਸ ਦਾ ਮਨ ਕਰਦਾ, ਜਦੋਂ ਉਸ ਨੂੰ ਵੇਲ ਮਿਲਦੀ ਤੇ ਉਦੋਂ ਚਿੱਠੀ ਪੱਤਰ ਉਹਨਾਂ ਨੂੰ ਪਾ ਛੱਡਦਾ ਕਿ ਮੈਂ ਠੀਕ ਠਾਕ ਹਾਂ, ਮੇਰੀ ਚਿੰਤਾ ਨਾ ਕਰਿਆ ਕਰੋ, ਆਪਣੀ ਜ਼ਿੰਦਗੀ ਦਾ ਤੁਸੀਂ ਧਿਆਨ ਦਿਓ।
ਉਸ ਦੀ ਘਰਵਾਲੀ ਉਸ ਨੂੰ ਬਹੁਤ ਵਾਰ ਕਹਿੰਦੀ ਕਿ ਮੈਂ ਆਪਣੇ ਸੱਸ ਨੂੰ ਆਪਣੇ ਸਹੁਰਾ ਸਾਹਿਬ ਨੂੰ ਮਿਲਣਾ ਹੈ, ਮੈਂ ਦੇਖਣਾ ਚਾਹੁੰਦੀ ਹਾਂ ਤੂੰ ਕਿੱਥੋਂ ਆਇਆ ਹੈ, ਤੇਰੇ ਪਿੰਡ ਜਾਵਾਂ, ਮੈਂ ਵੀ ਉਹਨਾਂ ਨਾਲ ਰਹਿਣਾ ਚਾਹੁੰਦੀ ਹਾਂ। ਪਰ ਅੱਗੋਂ ਹਮੇਸ਼ਾ ਸੰਗਮ ਗੋਲ-ਮੋਲ ਗੱਲ ਕਰ ਦਿਆ ਕਰੇ। ਇੱਧਰ ਕਾਰੀਗਰ ਹਰੀ ਦੀ ਕਰਜ਼ੇ ਦੀ ਪੰਡ ਹੋਰ ਵੱਡੀ ਹੁੰਦੀ ਗਈ। ਫਿਰ ਉਸਨੇ ਹੌਲੀ-ਹੌਲੀ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸਨੂੰ ਸਮਝ ਆਉਣ ਲੱਗ ਪਿਆ ਸੀ ਕਿ ਪੁੱਤਰ ਨੂੰ 4-5 ਸਾਲ ਹੋ ਗਏ ਨੇ, ਵਾਪਿਸ ਨਹੀਂ ਪਰਤਿਆ, ਨੌਕਰੀ ਕਰ ਰਿਹਾ ਤੇ ਬਹੁਤ ਸਮਾਂ ਬਾਅਦ ਮੇਰੇ ਪੱਤਰ ਦਾ ਉੱਤਰ ਦਿੰਦਾ ਤੇ ਸ਼ਾਇਦ ਉਹ ਮੇਰੇ ਨਾਲ ਕੋਈ ਨਾਤਾ ਨਹੀਂ ਰੱਖਣਾ ਚਾਹੁੰਦਾ। ਬਿਹਤਰ ਇਹੀ ਹੋਵੇਗਾ ਚਾਹੇ ਮੈਂ ਬੁੱਢਾ ਹੋ ਗਿਆ, ਮੈਂ ਆਪਣਾ ਕੰਮਕਾਰ ਕਰਾਂ ਤੇ ਗੁਜ਼ਰ ਬਸਰ ਕਰਦਾ ਰਵਾਂ। ਇਸੇ ਤਰੀਕੇ ਨਾਲ ਕੰਮ ਕਰਦਾ ਕਰਦਾ ਉਹ ਇੱਕ ਦਿਨ ਲਾਗਲੇ ਪਿੰਡ ਚਲਿਆ ਗਿਆ। ਲਾਗਲੇ ਪਿੰਡ ਦੇ ਵਿੱਚ ਇੱਕ ਸੇਠ ਸੀ, ਸੇਠ ਬਾਲੂ। ਉਸ ਨੂੰ ਦੋ ਪਰੇਸ਼ਾਨੀਆਂ ਬਹੁਤ ਤੰਗ ਕਰਦੀਆਂ ਸੀ। ਇੱਕ ਤਾਂ ਉਸਨੇ ਕਿਸੇ ਮੰਤਰੀ ਸੰਤਰੀ ਦੇ ਲਈ ਘਰ ਬਣਵਾਉਣਾ ਸੀ। ਘਰ ਸਾਰਾ ਬਣ ਗਿਆ ਸੀ, ਪਰ ਮੁੱਖ ਦਰਵਾਜ਼ੇ ਦੇ ਉੱਪਰ ਇੱਕ ਹੀਰੇ ਦਾ ਆਕਾਰ ਬਣਵਾਉਣਾ ਸੀ। ਬਹੁਤ ਸਾਰੇ ਮਿਸਤਰੀ ਆਏ, ਬਹੁਤ ਸਾਰੇ ਮਾਹਿਰ ਲੋਕ ਆਏ, ਉਹ ਹੀਰੇ ਦਾ ਆਕਾਰ ਨਹੀਂ ਸੀ ਬਣ ਰਿਹਾ। ਉੱਥੇ ਮਿਸਤਰੀ ਹਰੀ ਨੇ ਜਾ ਕੇ ਸੇਠ ਬਾਲੂ ਨੂੰ ਕਿਹਾ ਕਿ ਮੈਂ ਤੁਹਾਡੀ ਮਦਦ ਕਰ ਦਿੰਦਾ। ਸੇਠ ਬਾਲੂ ਨੂੰ ਲੱਗਿਆ ਕਿ ਬੁੱਢਾ ਮਿਸਤਰੀ ਕਿਵੇਂ ਮੇਰੀ ਮਦਦ ਕਰ ਦੇਵੇਗਾ, ਪਰ ਫਿਰ ਵੀ ਉਸਨੇ ਕਿਹਾ ਕਿ ਜਿੱਥੇ ਇੰਨੇ ਲੋਕਾਂ ਨੂੰ ਮੌਕਾ ਦਿੱਤਾ, ਇਹਨੂੰ ਵੀ ਮੌਕਾ ਦੇ ਕੇ ਦੇਖ ਲੈਂਦੇ ਹਾਂ। 2-4 ਦਿਨਾਂ ਦੇ ਵਿੱਚ ਮਿਸਤਰੀ ਹਰੀ ਨੇ ਉਹ ਹੀਰੇ ਵਾਲੇ ਆਕਾਰ ਦਾ ਜਿਹੜਾ ਦਰਵਾਜ਼ੇ ਦੇ ਬਾਹਰ ਆਕਾਰ ਸੀ ਉਹ ਬਣਾ ਦਿੱਤਾ। ਸੇਠ ਬਾਲੂ ਬਹੁਤ ਖੁਸ਼ ਹੋਇਆ। ਫਿਰ ਉਸਨੇ ਕਿਹਾ ਕਿ ਹੁਣ ਤੂੰ ਕੱਲ੍ਹ ਨੂੰ ਮੇਰੇ ਘਰ ਆਈ, ਮੈਂ ਤੇਰੇ ਨਾਲ ਇੱਕ ਵੱਡੀ ਸਮੱਸਿਆ ਦਾ ਜ਼ਿਕਰ ਕਰਨਾ ਹੈ, ਮੈਨੂੰ ਉਮੀਦ ਹੈ ਸ਼ਾਇਦ ਤੂੰ ਉਹ ਵੀ ਹੱਲ ਕਰ ਦੇਵੇਂ, ਤੇ ਮੈਂ ਤੇਰੀ ਜੇ ਕੋਈ ਵੱਡੀ ਸਮੱਸਿਆ ਹੈ ਮੈਂ ਤੇਰਾ ਹੱਲ ਕਰ ਦੇਵਾਂਗਾ। ਮਿਸਤਰੀ ਹਰੀ ਨੇ ਉਸ ਨੂੰ ਦੱਸ ਦਿੱਤਾ ਕਿ ਮੈਂ ਪਿੰਡ ਵਾਲੇ ਸੇਠ ਤੋਂ ਪੈਸੇ ਫੜੇ ਨੇ ਤੇ ਮੈਂ ਉਸ ਨੂੰ ਵਾਪਿਸ ਕਰਨੇ ਨੇ, ਉਹ ਕਰਜ਼ਾ ਬਹੁਤ ਵੱਡਾ ਹੋ ਗਿਆ। ਸੇਠ ਬਾਲੂ ਨੇ ਉਸ ਨੂੰ ਪੂਰਾ ਭਰੋਸਾ ਦਿਵਾਇਆ ਕਿ ਜੇ ਤੂੰ ਮੇਰੀ ਸਮੱਸਿਆ ਦਾ ਹੱਲ ਕਰ ਦੇਵੇਂ ਤੇ ਮੈਂ ਤੇਰਾ ਕਰਜ਼ਾ ਉਤਾਰ ਦੇਵਾਂਗਾ, ਮੈਨੂੰ ਤੇਰਾ ਕਰਜ਼ਾ ਉਤਾਰਨਾ ਬਿਲਕੁਲ ਵੀ ਔਖਾ ਨਹੀਂ ਲੱਗੇਗਾ। ਅਗਲੇ ਦਿਨ ਕਾਰੀਗਰ ਹਰੀ ਸਮੇਂ ਸਿਰ ਸੇਠ ਦੇ ਘਰ ਪਹੁੰਚ ਗਿਆ। ਜਾ ਕੇ ਦੇਖਦਾ ਕਿ ਇੱਕ ਛੋਟਾ ਬੱਚਾ ਦਰਵਾਜ਼ੇ ਤੇ ਖੇਡ ਰਿਹਾ ਹੁੰਦਾ। ਫਿਰ ਉਹ ਜਾ ਕੇ ਆਵਾਜ਼ ਲਗਾਉਂਦਾ, ਸੇਠ ਬਾਲੂ ਬਾਹਰ ਆਉਂਦਾ। ਉਹ ਆ ਕੇ ਉਸ ਨੂੰ ਦੱਸਦਾ ਕਿ ਇਹ ਮੇਰੀ ਧੀ ਦਾ ਪੁੱਤਰ ਹੈ। ਉਹ ਕਹਿੰਦਾ ਠੀਕ ਹੈ। ਫਿਰ ਉਹ ਦੱਸਦਾ ਕਿ ਮੇਰੀ ਧੀ ਇੱਕ ਚੰਗੇ ਸ਼ਹਿਰ ਵਿੱਚ ਨੌਕਰੀ ਕਰਦੀ ਸੀ, ਪਰ ਉਸ ਨੂੰ ਲੱਗਿਆ ਕਿ ਆਪਣਾ ਕੰਮ ਬਿਹਤਰ ਹੁੰਦਾ। 1.5 ਸਾਲ ਤੋਂ ਉਹ ਇੱਥੇ ਰਹਿ ਕੇ ਸੁਨਿਆਰ ਦਾ ਕੰਮ ਸਿੱਖਦੀ ਹੈ ਤੇ ਨਾਲ-ਨਾਲ ਕਰਦੀ ਹੈ। ਸੋ ਇਹੀ ਮੇਰੀ ਜਿਹੜੀ ਮੁਸੀਬਤ ਹੈ ਇਸੇ ਦੇ ਨਾਲ ਸੰਬੰਧਿਤ ਹੈ। ਆਓ ਮੈਂ ਤੁਹਾਨੂੰ ਉਹ ਦੁਕਾਨ ਦਿਖਾ ਕੇ ਲਿਆਉਣਾ। ਦੁਕਾਨ ਕੀ ਸੀ? ਉਹ ਤੇ ਜਿਵੇਂ ਆਲੀਸ਼ਾਨ ਮਹਿਲ ਹੁੰਦਾ, ਬਹੁਤ ਲੰਮਾ ਚੌੜਾ ਕਾਰੋਬਾਰ ਸੀ ਉਸਦਾ ਸੋਨੇ ਦਾ। ਇਸ ਦੇ ਵਿੱਚ ਬਹੁਤ ਸਾਰੇ ਉਸਨੇ ਨੌਕਰ ਚਾਕਰ ਰੱਖੇ ਹੋਏ ਸਨ। ਉਸ ਦੀ ਬੇਟੀ ਦਾ ਨਾਮ ਰਜਨੀ ਸੀ ਤੇ ਉਹ ਦੱਸਦੀ ਹੈ ਕਿ ਇਸ ਦੁਕਾਨ ਨੂੰ ਮੈਂ ਹੀ ਸੰਭਾਲਦੀ ਹਾਂ, ਪਰ ਇੱਥੇ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਤਿਜੋਰੀ ਦੇ ਵਿੱਚ ਚੋਰੀ ਹੋ ਜਾਂਦੀ ਹੈ। ਮੈਂ ਬਹੁਤ ਵੱਡੇ ਸ਼ਹਿਰੋਂ ਕਈ ਵਾਰ ਤਿਜੋਰੀਆਂ ਬਦਲਵਾ ਲਈਆਂ, ਪਰ ਮਹੀਨੇ ਦੇ ਵਿੱਚ 1-2 ਵਾਰ ਚੋਰੀ ਹੋ ਜਾਂਦੀ ਹੈ ਤੇ ਮੈਨੂੰ ਵੱਡਾ ਘਾਟਾ ਪੈ ਜਾਂਦਾ। ਮੈਂ ਬਹੁਤ ਮਾਹਿਰ ਸੱਦੇ, ਪਰ ਇਸ ਤਿਜੋਰੀ ਦਾ ਕੋਈ ਹੱਲ ਨਹੀਂ ਹੋਇਆ। ਜਿਹੜਾ ਮਿਸਤਰੀ ਸੀ ਉਸਨੇ ਬੜੇ ਧਿਆਨ ਨਾਲ ਦੇਖਿਆ। ਉਸਨੇ ਕਿਹਾ ਕਿ ਇਹ ਤਿਜੋਰੀ ਦਾ ਹੱਲ ਮੈਂ ਕੁਝ ਦਿਨਾਂ ਦੇ ਵਿੱਚ ਹੀ ਕਰ ਦੇਵਾਂਗਾ। ਉਸਨੇ ਕਿਹਾ ਕਿ ਠੀਕ ਹੈ, ਤੈਨੂੰ ਉਨੇ ਦਿਨਾਂ ਦੀ ਮੋਹਲਤ ਦਿੱਤੀ। ਉਸਨੇ ਘਰ ਜਾ ਕੇ ਇੱਕ ਮੇਜ਼ਨੁਮਾ ਤਿਜੋਰੀ ਬਣਾ ਦਿੱਤੀ। ਤਿਜੋਰੀ ਪੱਕੀ ਵੀ ਸੀ ਤੇ ਉਸਨੂੰ ਕੋਈ ਚੁੱਕ ਵੀ ਨਹੀਂ ਸੀ ਸਕਦਾ, ਕਿਉਂਕਿ ਉਸਨੇ ਧਰਤੀ ਦੇ ਵਿੱਚ ਗੱਡ ਦੇਣੀ ਸੀ ਤੇ ਉੱਪਰੋਂ ਬੈਠਣ ਵਾਲਾ ਮੇਜ਼ ਬਣਾ ਦਿੱਤਾ ਸੀ। ਉਸਨੇ ਲਿਆ ਕੇ ਉਹਨਾਂ ਦੀ ਦੁਕਾਨ ਦੇ ਵਿੱਚ ਵਿਚਾਲੇ ਲਾ ਦਿੱਤੀ ਤੇ ਕਿਹਾ, ਇਸ ਨੂੰ ਵਿੱਚ ਵਿਚਾਲੇ ਲਗਾ ਰਿਹਾ ਹਾਂ, ਇਸ ਤੇ ਤੁਹਾਡੀ ਸਾਰਿਆਂ ਦੀ ਨਜ਼ਰ ਵੀ ਰਹੇਗੀ। ਪਹਿਲਾਂ ਵਾਲੀ ਇੱਕ ਕਿਨਾਰੇ ਦੇ ਵਿੱਚ ਸੀ, ਇੱਕ ਗੁੱਠ ਦੇ ਵਿੱਚ ਸੀ, ਤਾਂ ਕਰਕੇ ਚੋਰੀ ਕਰਨੀ ਸੌਖੀ ਹੋ ਜਾਂਦੀ ਸੀ। ਸੇਠ ਨੇ ਕਿਹਾ ਕਿ ਠੀਕ ਹੈ, 2 ਮਹੀਨੇ ਤੱਕ ਹੁਣ ਮੈਂ ਇੰਤਜ਼ਾਰ ਕਰਾਂਗਾ। ਜੇ ਮੇਰੀ ਦੁਕਾਨ ਤੇ ਚੋਰੀ ਨਾ ਹੋਈ ਤਾਂ ਮੈਂ ਤੇਰਾ ਕਰਜ਼ਾ ਮੋੜ ਦਿਆਂਗਾ। ਇਸੇ ਤਰੀਕੇ ਨਾਲ ਹੁੰਦਾ ਹੈ। ਇਹਨਾਂ 2 ਮਹੀਨਿਆਂ ਦੇ ਵਿੱਚ ਇੱਕ ਵਾਰ ਵੀ ਚੋਰੀ ਨਹੀਂ ਹੁੰਦੀ। ਇਹਨਾਂ 2 ਮਹੀਨਿਆਂ ਦੇ ਵਿੱਚ ਰਜਨੀ ਦਾ ਘਰ ਵਾਲਾ ਉਸ ਨੂੰ ਕਈ ਵਾਰ ਚਿੱਠੀ ਪੱਤਰ ਪਾਉਂਦਾ ਹੈ ਕਿ ਮੇਰਾ ਆਪਣੇ ਪੁੱਤਰ ਬਿਨਾਂ ਦਿਲ ਨਹੀਂ ਲੱਗਦਾ, ਆਪਣਾ ਕਾਰੋਬਾਰ ਛੱਡ ਦੇ ਤੇ ਵਾਪਸ ਇਸ ਸ਼ਹਿਰ ਆ ਜਾ, ਤੂੰ ਵੀ ਨੌਕਰੀ ਕਰ ਲੈ, ਆਪਾਂ ਇਕੱਠੇ ਪਰਿਵਾਰ ਬਣ ਕੇ ਰਹਿੰਦੇ ਹਾਂ। ਤੇ ਇੱਕ ਦਿਨ ਰਜਨੀ ਉਸ ਨੂੰ ਉੱਤਰ ਦਿੰਦੀ ਹੈ ਪੱਤਰ ਪਾ ਕੇ ਕਿ ਜਦੋਂ ਮੈਂ ਤੈਨੂੰ ਕਹਿੰਦੀ ਸੀ ਕਿ ਤੂੰ ਆਪਣੇ ਮਾਂ ਪਿਓ ਦੇ ਨਾਲ ਮੈਨੂੰ ਮਿਲਾ, ਤੈਨੂੰ ਇੰਨਾ ਲੰਮਾ ਅਰਸਾ ਹੋ ਗਿਆ, ਤੂੰ ਉਹਨਾਂ ਨੂੰ ਛੱਡ ਕੇ ਆਇਆ, ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ ਤੈਨੂੰ ਅੱਜ ਸ਼ਾਇਦ ਸਮਝ ਆ ਜਾਵੇ। ਰਜਨੀ ਦਰਅਸਲ ਰਾਜ ਮਿਸਤਰੀ ਦਾ ਜਿਹੜਾ ਪੁੱਤਰ ਸੀ ਸੰਗਮ, ਉਸ ਦੀ ਘਰਵਾਲੀ ਸੀ। ਉਹ ਹੁਣ ਜਦੋਂ ਉਹ ਇਸ ਪੱਤਰ ਨੂੰ ਪੜ੍ਹਦਾ ਹੈ ਬਹੁਤ ਉੱਚੀ ਰੋਂਦਾ ਹੈ। ਉਸ ਨੂੰ ਸਮਝ ਆਉਂਦੀ ਹੈ ਕਿ ਮੈਂ ਆਪਣੇ ਮਾਂ ਪਿਓ ਦਾ ਦਿਲ ਦਿਖਾਇਆ ਹੈ। ਉਦੋਂ ਹੀ ਨੌਕਰੀ ਛੱਡ ਕੇ ਉਹ ਵਾਪਸ ਆਪਣੇ ਪਿੰਡ ਪਰਤ ਆਉਂਦਾ ਹੈ। ਜਿੰਨਾ ਵੀ ਪੈਸਾ ਟਕਾ ਉਸਨੇ ਜੋੜਿਆ ਸੀ ਉਹਦੇ ਵਿੱਚੋਂ ਕੁਝ ਤਾਂ ਉਹਦੀ ਘਰਵਾਲੀ ਰਜਨੀ ਆਪਣੀ ਦੁਕਾਨ ਤੇ ਲਗਾ ਚੁੱਕੀ ਸੀ ਤੇ ਉਹਦੇ ਵਿੱਚੋਂ ਕੁਝ ਲੁੱਟਿਆ ਵੀ ਜਾ ਚੁੱਕਿਆ ਸੀ। ਇੱਕ ਗੱਲ ਉਸ ਨੂੰ ਪਿੰਡ ਆਉਂਦੇ ਤੱਕ ਸਮਝ ਆ ਗਈ ਕਿ ਪੈਸਾ ਸਭ ਕੁਝ ਨਹੀਂ ਹੁੰਦਾ। ਘਰ ਆ ਕੇ ਆਪਣੇ ਮਾਂ ਪਿਓ ਦੇ ਗੱਲ ਲੱਗ ਕੇ ਰੋਂਦਾ ਹੈ ਤੇ ਫਿਰ ਉਹਨੇ ਨੂੰ ਉੱਥੇ ਸੇਠ ਬਾਲੂ ਦਾ ਕੰਮ ਆ ਜਾਂਦਾ। ਉਹ ਦਰਅਸਲ ਮਿਸਤਰੀ ਨੂੰ ਸਨਮਾਨਿਤ ਕਰਨ ਦੇ ਲਈ ਆਉਂਦਾ ਕਿ ਭਾਈ ਤੁਹਾਡਾ ਬਣਾਇਆ ਹੋਇਆ ਨੁਕਸਾ ਬਹੁਤ ਕਾਮਯਾਬ ਰਿਹਾ। ਹੁਣ ਸਾਰੇ ਜਾਣੇ ਇਕੱਠੇ ਹੋ ਕੇ ਸੇਠ ਦੇ ਘਰ ਚਲੇ ਜਾਂਦੇ ਨੇ। ਸੇਠ ਉਸ ਮਿਸਤਰੀ ਨੂੰ ਜੱਫੀਆਂ ਪਾ ਕੇ ਮਿਲਦਾ ਤੇ ਕਹਿੰਦਾ ਕਿ ਤੁਹਾਡਾ ਬਣਾਇਆ ਹੋਇਆ ਨੁਸਖਾ
ਮੇਰੇ ਕੰਮ ਆ ਗਿਆ। ਮੇਰੀ ਧੀ ਦਾ ਜੋ ਨੁਕਸਾਨ ਹੁੰਦਾ ਸੀ ਉਹ ਹੁਣ ਨਹੀਂ ਹੁੰਦਾ। ਤੇ ਫਿਰ ਉਹਨਾਂ ਨੂੰ ਉਸਦੀ ਧੀ ਜਦੋਂ ਸਾਹਮਣੇ ਆਉਂਦੀ ਹੈ, ਆਪਣੇ ਘਰ ਵਾਲੇ ਨੂੰ ਦੇਖਦੀ ਹੈ, ਤਾਂ ਇਹ ਪੁੱਛਦੀ ਹੈ ਕਿ ਤੁਸੀਂ ਇਹਨਾਂ ਦੇ ਨਾਲ ਕਿਵੇਂ? ਇਹ ਉਹੀ ਨੇ ਜਿਨ੍ਹਾਂ ਨੇ ਆਪਣਾ ਨੁਕਸਾਨ ਹੋਣੋਂ ਬਚਾ ਲਿਆ। ਫਿਰ ਉਹ ਉਸ ਨੂੰ ਦੱਸਦਾ ਕਿ ਇਹ ਮੇਰੇ ਮਾਂ ਪਿਓ ਨੇ। ਸਾਰੇ ਜਣੇ ਇਕੱਠੇ ਹੋ ਕੇ ਭਾਵੁਕ ਹੋ ਜਾਂਦੇ ਨੇ। ਇਸ ਕਹਾਣੀ ਦੇ ਰਾਹੀਂ ਇੱਕ ਨਹੀਂ ਬਲਕਿ ਬਹੁਤ ਸਿੱਖਿਆਵਾਂ ਦਿੰਦਾ ਹੈ ਕਹਾਣੀਕਾਰ। ਸਭ ਤੋਂ ਵੱਡੀ ਸਿੱਖਿਆ ਤਾਂ ਇਹ ਕਿ ਆਪਣਾ ਜਿਹੜਾ ਮਾਂ ਪਿਓ ਹੈ, ਮਾਂ ਪਿਓ ਸਵਰਗ ਤੋਂ ਵੀ ਵੱਡਾ ਹੁੰਦਾ ਹੈ। ਮਾਂ ਪਿਓ ਵਰਗਾ ਚਾਅ ਕੋਈ ਨਹੀਂ ਕਰ ਸਕਦਾ। ਮਾਂ ਪਿਓ ਵਰਗਾ ਸਕੂਨ ਕਿਤੋਂ ਹੋਰ ਨਹੀਂ ਮਿਲਦਾ। ਮਾਂ ਪਿਓ ਦਾ ਜਿਹੜਾ ਦਿਲ ਦਿਖਾਉਂਦਾ ਹੈ ਉਸ ਦਾ ਨੁਕਸਾਨ ਹੋਣਾ ਹੀ ਹੋਣਾ ਹੈ, ਜਿਵੇਂ ਉਸ ਬੰਦੇ ਦਾ ਹੋ ਰਿਹਾ ਸੀ, ਉਸ ਸੰਗਮ ਦਾ ਹੋ ਰਿਹਾ ਸੀ। ਦੂਸਰੀ ਗੱਲ, ਪੈਸਾ ਠੀਕ ਹੈ ਆਪਣੀ ਥਾਂ, ਪਰ ਤਜਰਬੇ ਦਾ ਕੱਦ ਬਹੁਤ ਵੱਡਾ ਹੈ। ਜਿਨ੍ਹਾਂ ਕੋਲ ਤਜਰਬਾ ਹੈ, ਤਜਰਬੇ ਦੀ ਬਦੌਲਤ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ, ਪਰ ਇਕੱਲੇ ਪੈਸੇ ਦੀ ਬਦੌਲਤ ਤਜਰਬਾ ਇਕੱਠਾ ਨਹੀਂ ਕੀਤਾ ਜਾ ਸਕਦਾ। ਸੋ ਹਮੇਸ਼ਾ ਆਪਣੇ ਮਾਂ ਪਿਓ ਦੀ ਇੱਜ਼ਤ ਕਰਿਆ ਕਰੋ, ਅਤੇ ਜਦੋਂ ਵੀ ਕਿਤੇ ਕੁਝ ਸਿੱਖਣ ਨੂੰ ਮਿਲਦਾ ਹੈ, ਖਾਸ ਤੌਰ 'ਤੇ ਕਿਸੇ ਵੱਡੇ ਤੋਂ ਕੋਈ ਤਜਰਬਾ ਸਿੱਖਣ ਨੂੰ ਮਿਲਦਾ ਹੈ, ਤੇ ਉਹ ਚੀਜ਼ ਸਿੱਖ ਲਵੋ, ਆਪਣੇ ਪੱਲੇ ਬੰਨ੍ਹ ਲਵੋ।